ਕੱਲਾ ਪੈਸਾ ਹੀ ਨਹੀਂ ਹੋਣਾ ਚਾਹੀਦਾ, ਬੱਚਿਆਂ ਦਾ ਫਿਊਚਰ ਵੀ ਹੋਣਾ ਚਾਹੀਦਾ। ਅਸੀਂ ਸਿਰਫ ਪੈਸੇ ਨਹੀਂ ਦੇਖਦੇ, ਕੋਈ ਲੋੜਵੰਦ ਹੋਵੇ ਉਸ ਨੂੰ ਅਸੀਂ ਘੱਟ ਫੀਸ ਜਾਂ ਹੋ ਸਕੇ ਤਾਂ ਫ੍ਰੀ ਵੀ ਪੜ੍ਹਾਉਂਦੇ ਹਾਂ। ਤਾਂ ਅਸੀਂ 1 ਸਾਲ ਦੀ ਗਰੰਟੀ ਲੈਂਦੇ ਹਾਂ ਵੀ ਜੇ ਸਾਡੇ ਕੋਲ ਇੱਕ ਬੱਚਾ ਕੋਈ ਵੀ ਹੋਵੇ, ਭਾਵੇਂ 0 ਹੋਵੇ, ਜੇ ਸਾਡੇ ਕੋਲ ਉਹ 1 ਸਾਲ ਸਾਡੇ ਮੁਤਾਬਕ ਪੜ੍ਹਦਾ ਹੈ ਤਾਂ ਅਸੀਂ 100% ਗਰੰਟੀ ਦਿੰਦੇ ਹਾਂ ਉਸ ਦਾ ਕੋਈ ਨਾ ਕੋਈ ਪੇਪਰ ਜ਼ਰੂਰ ਕਲੀਅਰ ਕਰਵਾ ਦਾਂਗੇ। ਅਤੇ ਆਪਣੇ ਪੰਜਾਬ ਦੇ ਵਿੱਚ ਲਗਾ ਲਓ ਜ਼ਿਆਦਾਤਰ ਬੱਚੇ ਮੈਥ ਤੋਂ ਬਹੁਤ ਡਰਦੇ ਨੇ। ਮੈਥ ਤੋਂ ਡਰਨ ਦਾ ਕਾਰਨ ਇਹ ਹੈ ਕਿ ਆਪਣੇ ਸਕੂਲਾਂ ਦੇ ਵਿੱਚ ਜਦੋਂ ਅਸੀਂ ਵੀ ਪੜ੍ਹਦੇ ਹੁੰਦੇ ਸੀ, ਇਹ ਲਗਾ ਲਓ ਵੀ ਟੀਚਰਸ ਨੇ ਕਦੇ ਸਾਡੇ ਕੰਸੈਪਟ ਵੱਲ ਜ਼ੋਰ ਨਹੀਂ ਦਿੱਤਾ। ਜੇ ਟੀਚਰਸ ਨੇ ਦਿੱਤਾ ਤਾਂ ਮੰਨ ਲਓ ਬੱਚਿਆਂ ਨੇ ਜ਼ੋਰ ਨਹੀਂ ਦਿੱਤਾ। ਬੱਚਿਆਂ ਦਾ ਵੀ ਕਸੂਰ ਨਹੀਂ ਕੱਢ ਸਕਦੇ ਕਿਉਂਕਿ ਉਹ ਇੱਕ ਏਜ ਹੀ ਇਹੋ ਜਿਹੀ ਹੁੰਦੀ ਹੈ ਵੀ ਬੱਚਾ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਨਹੀਂ ਹੁੰਦਾ, ਪਰ ਉਹਨੂੰ ਉਸ ਟਾਈਮ ਉਹ ਗਲਤੀ ਪਤਾ ਨਹੀਂ ਲੱਗਦੀ। ਜਦੋਂ ਉਹ ਗ੍ਰੈਜੂਏਸ਼ਨ ਕਰ ਲੈਂਦਾ ਹੈ, ਫਿਰ MA ਡਬਲ MA ਕਰ ਲਾਂ, ਫਿਰ ਵੀ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਬੇਰੁਜ਼ਗਾਰ ਹਾਂ। ਉਹ ਬੇਰੁਜ਼ਗਾਰ ਦਾ ਕਾਰਨ ਇਹ ਨਹੀਂ ਹੈਗਾ ਵੀ ਉਹ ਜ਼ਿਆਦਾ ਪੜ੍ਹ ਲਿਆ, ਬੇਰੁਜ਼ਗਾਰ ਦਾ ਕਾਰਨ ਇਹ ਹੈ ਵੀ ਉਹ ਕੰਪੀਟੀਸ਼ਨ ਦੇ ਵਿੱਚ ਆ ਨਹੀਂ ਰਿਹਾ। ਫਿਰ ਆਪਾਂ ਕਸੂਰ ਸਰਕਾਰ ਦਾ ਕਹਿੰਦੇ ਹਾਂ। ਜੇ ਆਪਾਂ ਕਹੀਏ ਨੌਕਰੀਆਂ ਦੀ ਕਮੀ ਹੈ, ਨੌਕਰੀਆਂ ਦੀ ਕਮੀ ਕੋਈ ਨਹੀਂ। ਤੁਸੀਂ ਚੱਕ ਕੇ ਦੇਖੋ ਆਪਣੇ ਪੂਰੇ ਇੰਡੀਆ ਦੇ ਵਿੱਚ 1 ਸਾਲ ਦੇ ਵਿੱਚ ਘੱਟੋ ਘੱਟ 2-2.5 ਲੱਖ ਪੋਸਟ ਨਿਕਲਦੀ ਹੈ, ਹਰ ਸਾਲ ਨਿਕਲਦੀ ਹੈ, ਭਾਵੇਂ ਉਹ ਸੈਂਟਰ ਦੀ ਹੋਵੇ, ਭਾਵੇਂ ਕਿਸੇ ਦੀ ਸਟੇਟ ਦੀ ਹੋਵੇ। ਤੁਸੀਂ ਹੁਣ ਦੇਖੋ ਆਪਣੇ ਪੰਜਾਬ ਦੇ ਵਿੱਚ ਬਾਹਰਲੀ ਸਟੇਟਾਂ ਆ ਕੇ ਅਪਲਾਈ ਕਰ ਰਹੇ, ਕਿਉਂਕਿ ਆਪਣੇ ਪੰਜਾਬ ਦੇ ਨਹੀਂ ਦਿੰਦੇ। ਤੁਸੀਂ 1 ਸਾਲ ਮੈਂ ਕਹਿ ਰਹੇ ਹੋ, ਤੁਸੀਂ ਗਰੰਟੀ ਮਤਲਬ ਗਰੰਟੀ ਦਿਓ ਤੁਸੀਂ? ਹਾਂਜੀ, ਦੇਖੋ ਜੇ ਸਾਡੇ ਹਿਸਾਬ ਨਾਲ ਬੱਚਾ ਚੱਲਦਾ ਹੈ, ਮਿਹਨਤ ਕਰਦਾ, ਰੈਗੂਲਰ ਸਾਡੇ ਕੋਲ ਆਉਂਦਾ, ਤਾਂ ਅਸੀਂ ਲਿਖਤ ਗਰੰਟੀ ਦਿੰਦੇ ਹਾਂ ਵੀ 1 ਸਾਲ 'ਚ ਪੇਪਰ ਕਲੀਅਰ ਕਰਾਉਣਾ। ਅਤੇ ਪੂਰੇ ਪੰਜਾਬ ਦੇ ਵਿੱਚ 8 ਪਟਵਾਰੀ ਸਿਰਫ ਸਾਡੇ ਹੀ ਸੈਂਟਰ 'ਚੋਂ ਲੱਗੇ ਨੇ। 8 ਪਟਵਾਰੀ ਜਿਹੜੇ ਪੰਜਾਬ ਦੇ ਵਿੱਚ ਲੱਗੇ ਸਾਰੇ ਸੈਂਟਰ ਵਾਲੇ ਪੱਕਾ? ਹਾਂਜੀ। ਅਤੇ ਜੇਲ੍ਹ ਵਾਰਡਨ ਦੀ ਗੱਲ ਕਰੀਏ, 4-5 ਜੇਲ੍ਹ ਵਾਰਡਨ ਨੇ, PSSB ਕਲਰਕ 10 ਤੋਂ ਜ਼ਿਆਦਾ ਨੇ। ਅਤੇ ਇਸ ਵਾਰ ਵੀ ਜਿਹੜਾ ਰਿਜ਼ਲਟ ਆਇਆ ਉਹਦੇ 'ਚੋਂ 3 ਸਬ ਇੰਸਪੈਕਟਰ ਅਤੇ 2 ਐਕਸਾਈਜ਼ ਇੰਸਪੈਕਟਰ ਅਤੇ ਆਪਣਾ 1 ਕੋਆਪਰੇਟਿਵ ਇੰਸਪੈਕਟਰ ਅਤੇ ਬਾਕੀ ਕੀ ਨਾਮ ਹੈ ਜੀ ਜਿਹੜਾ ਹੁਣ ਪੇਪਰ ਹੋਇਆ ਪਟਵਾਰੀ, ਜਿਹੜਾ ਹੁਣ ਲੇਟੈਸਟ ਹੋਇਆ, ਇਹਦੇ 'ਚ ਵੀ ਆਪਣੇ 4-5 ਪਟਵਾਰੀ ਹੈਗੇ ਨੇ। ਸਤਿ ਸ਼੍ਰੀ ਅਕਾਲ, ਪੁਆਧ ਵੈਬ TV ਦੇਖ ਰਹੇ ਹੋ ਥਵੇਂ, ਮੈਂ ਧਨਵੰਤ ਸਿੰਘ कुमार। भाई आज का इंटरव्यू बहुत अलग जा होने वाला, क्योंकि आज के इंटरव्यू में हमें इस तरह की एक शख्सियत गल थानू मिलावांगे जिन्होंने एक इंस्टीट्यूट खोलिया होया। इंस्टीट्यूट किस तरह खोलिया, इंस्टीट्यूट भी बहुत स्पैशल इंस्टीट्यूट है, क्योंकि शहर के विच होर बहुत सारे इंस्टीट्यूट हैं जिथा तुसीं देखोगे कि बहुत सारे पेपरां दी तैयारियां कराइयां जहाँ पर। जो इंस्टीट्यूट क्यों अलग आ, क्यों मैं इंटरव्यू करना पाया, क्योंकि होर भी बहुत सारे इंस्टीट्यूट वाले मेरे मित्र हैं, बहुत दोस्त भी हमारे, उन्होंने गल भी मैं इंटरव्यू कर सका था, पर सर कह लो, मेरे भाई कह लो, बड़े भाई हमारे, इन्हों के गल इंटरव्यू करने का कारण क्या रहा वो भी थानू पता लग जाएगा। भी असल के विच यो इस बात का दावा करा भी जिहड़े बंदे का मैथ जमा जीरो आ, जमा जीरो, भी उस बंदे नूं असीं कागज़ पर लिख के देने वास्ते तैयार हाँ भी असीं सरकारी पेपर क्लीयर करा देंगे। इन्ना ज़्यादा मतलब कि मैथ के विच बाई के एक्सपर्ट हाँ बाई। तो होर भी कई कुछ स्पैशलिटी है बाई के गलबात करांगे। कर लीए स्वागत बाई जी, सत श्री अकाल। सत श्री अकाल बाई जी, सारिਆਂ ਨੂੰ सत श्री अकाल ਸਰੋਤਿਆਂ ਨੂੰ। बाई जी नाम की है थोड़ा, तो थारे इंस्टीट्यूट का नाम क्या सर? मेरा नाम जी अनिल कुमार है, तो साडे इंस्टीट्यूट का नाम है वान्या एजुकेशन सर्विसिज। एक्चुअली वान्या मेरी डॉटर का नाम है, तो उस दे नाम ते असी खोलिया सी ये इंस्टीट्यूट। तो एक छोटी जी कोशिश सी भी कुछ ਜਿਹੜੇ ਬੱਚੇ ਮੈਥ ਦੇ ਵਿੱਚ ਵੀਕ ਨੇ ਜਾਂ ਜਿਨ੍ਹਾਂ ਨੂੰ ਪੇਪਰ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਸੀ, ਉਹਨਾਂ ਦੀ ਇੱਕ ਮਦਦ ਕਰਨੀ ਅਤੇ ਭਲਾ ਕਰਨਾ, ਅਤੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਵੀ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਹੁਤ ਜੋਬਸ ਨੇ, ਉਹਨਾਂ ਨੂੰ ਪ੍ਰੇਰਿਤ ਕਰਨ ਲਈ ਵੀ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਪੇਪਰ ਕਲੀਅਰ ਕਰੋ ਅਤੇ ਸਰਕਾਰੀ ਨੌਕਰੀਆਂ ਲਵੋ। ਇਸ ਲਈ ਅਸੀਂ ਖੋਲ੍ਹਿਆ ਸੀ, ਅਤੇ ਰੱਬ ਦੀ ਕਿਰਪਾ, ਸਾਡੀ ਮਿਹਨਤ, ਸਾਡੀ ਟੀਮ ਦੀ ਮਿਹਨਤ ਨਾਲ ਅਸੀਂ ਕਾਮਯਾਬ ਵੀ ਹੋਏ ਹਾਂ। ਸਾਡੇ ਨਾਲ ਕਾਫੀ ਬੱਚੇ ਅੱਜ ਕੱਲ੍ਹ ਜੁੜਵੇ ਹੋਏ ਨੇ, ਤਾਂ ਬਸ ਉਸੇ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਜੋ ਸੋਚਿਆ ਸੀ ਅਸੀਂ ਕਾਮਯਾਬ ਹੁੰਦੇ ਜਾ ਰਹੇ ਹਾਂ। ਉਸੇ ਰਸਤੇ ਬਾਅਦ ਤੁਸੀਂ ਤੁਰ ਰਹੇ ਹੋ। ਤਾਂ ਬਾਈ ਮੈਨੂੰ ਇਹ ਦੱਸੋ ਵੀ ਦੇਖੋ ਬਹੁਤ ਸਾਰੇ ਆਲਾ ਦਾਲਾ ਇੰਸਟੀਟਿਊਟ ਆ ਜਿਨ੍ਹਾਂ ਕੇ ਕੋਲ ਬਹੁਤ ਮੈਨੂੰ ਜਾਣਾ ਵੀ ਆ, ਤੁਹਾਨੂੰ ਪਤਾ ਵੀ ਆਪਣੇ ਦੋਸਤ ਵੀ ਆ, ਸਾਰੇ ਮਿੱਤਰ ਵੀ ਆ, ਥਾਰੇ ਵਾਂਗੂ ਸਾਰਿਆਂ ਨਾਲ ਪਿਆਰ ਆ, ਪਰ ਥਾਰੇ ਕੋਲ ਮੇਰਾ ਆਉਣ ਦਾ ਇਹੀ ਕਾਰਨ ਤਾਂ ਕਿ ਤੁਸੀਂ ਇੱਕ ਤਾਂ ਮੈਥ ਆ ਜਿਹੜਾ ਤੁਸੀਂ ਮਤਲਬ ਤੁਸੀਂ ਕਹਾਂ ਵੀ ਮੈਂ ਮੈਥ ਦੇ ਵਿੱਚ ਜਮਾਂ ਜ਼ੀਰੋ ਹੋਵੇ ਚਾਹੇ ਬੰਦਾ, ਵੀ ਅਸੀਂ ਲਿਖ ਕੇ ਦੇਣ ਵਾਸਤੇ ਤਿਆਰ ਹਾਂ ਵੀ ਅਸੀਂ ਸਰਕਾਰੀ ਪੇਪਰ ਕਲੀਅਰ ਕਰਾਵਾਂਗੇ। ਹੋਰ ਕਿ ਮਤਲਬ ਥਾਰੇ ਅਲੱਗ ਕਿ ਇਹੋ ਜਿਹਾ ਵੀ ਲੋਕ ਥਾਰੇ ਬਾਕੀ ਇੰਸਟੀਟਿਊਟਾਂ ਨੂੰ ਛੱਡ ਕੇ ਕਿਉਂ ਆਵੇਂ ਥਾਰੇ ਕੋਲ? देखो जी, मैं ये नहीं कहता इंस्टीट्यूट बहुत ने सारे। देखो हर एक कोई दा अपना अपना फील्ड है, कोई किस तरीके नाल पढ़ांदा, किसी का मंतव ये है, किसी का पैसा मंतव है। चलो नो डाउट पैसे वास्ते ही सारे इंस्टीट्यूट खोलते हैं, क्योंकि किते ना किते पैसा भी जरूरी है। तुहाडे नाल जिहड़ी टीम जुड़ी है उन्हां दे घर परिवार भी चलने ने, बट
ਕੱਲਾ ਪੈਸਾ ਹੀ ਨਹੀਂ ਹੋਣਾ ਚਾਹੀਦਾ, ਬੱਚਿਆਂ ਦਾ ਫਿਊਚਰ ਵੀ ਹੋਣਾ ਚਾਹੀਦਾ। ਅਸੀਂ ਸਿਰਫ ਪੈਸੇ ਨਹੀਂ ਦੇਖਦੇ, ਕੋਈ ਲੋੜਵੰਦ ਹੋਵੇ ਉਸ ਨੂੰ ਅਸੀਂ ਘੱਟ ਫੀਸ ਜਾਂ ਹੋ ਸਕੇ ਤਾਂ ਫ੍ਰੀ ਵੀ ਪੜ੍ਹਾਉਂਦੇ ਹਾਂ। ਬਟ ਇਹ ਹੁੰਦਾ ਵੀ ਇਸ ਬੱਚੇ ਦੇ ਉੱਪਰ ਮਿਹਨਤ ਕਰਨ ਦੀ ਹੋਰ ਮਿਹਨਤ ਕਰੀਏ ਤਾਂ ਬੱਚਾ ਵੀ ਮਿਹਨਤ ਕਰੇ ਤਾਂ ਅਸੀਂ 1 ਸਾਲ ਦੀ ਗਰੰਟੀ ਲੈਂਦੇ ਹਾਂ ਵੀ ਜੇ ਸਾਡੇ ਕੋਲ ਇੱਕ ਬੱਚਾ ਕੋਈ ਵੀ ਹੋਵੇ, ਭਾਵੇਂ 0 ਹੋਵੇ, ਜੇ ਸਾਡੇ ਕੋਲ ਉਹ 1 ਸਾਲ ਸਾਡੇ ਮੁਤਾਬਕ ਪੜ੍ਹਦਾ ਹੈ ਤਾਂ ਅਸੀਂ 100% ਗਰੰਟੀ ਦਿੰਦੇ ਹਾਂ ਉਸ ਦਾ ਕੋਈ ਨਾ ਕੋਈ ਪੇਪਰ ਜ਼ਰੂਰ ਕਲੀਅਰ ਕਰਵਾ ਦਾਂਗੇ। ਸਾਡੇ ਕੋਲ ਕਾਫੀ ਬੱਚੇ ਨੇ ਜਿਹੜੇ ਆਏ ਸੀ ਪਿਛਲੇ ਸਾਲ, ਉਹਨਾਂ ਦੇ ਕਾਫੀ ਪੇਪਰ ਕਲੀਅਰ ਹੋਏ ਨੇ। ਹੁਣ ਉਹ ਇੰਨੇ ਕੁ ਐਕਸਪਰਟ ਹੋ ਚੁੱਕੇ ਨੇ ਵੀ ਉਹ ਕੋਈ ਵੀ ਪੇਪਰ ਦਿੰਦੇ ਨੇ ਉਹਨਾਂ ਦੇ ਸਾਰੇ ਪੇਪਰ ਕਲੀਅਰ ਹੋ ਜਾਂਦੇ ਨੇ। ਕਿਹੜੇ ਪੇਪਰਾਂ ਦੀ ਤੁਸੀਂ ਸਾਰੇ ਸਰਕਾਰੀ ਪੇਪਰ ਸਾਰੇ ਹੀ ਤਿਆਰੀ ਕਰਾਉਂਦੇ? ਦੇਖੋ ਕੋਈ ਵੀ ਪੇਪਰ ਹੋਵੇ, ਚਾਹੇ ਸਰਕਾਰੀ ਪੇਪਰ ਹੋਣ, ਆਪਣੇ ਸੈਂਟਰ ਲੈਵਲ ਦੇ ਹੋਣ, ਪੰਜਾਬ ਲੈਵਲ ਦੇ ਹੋਣ, ਕੋਈ ਵੀ ਜਿਸ ਤਰ੍ਹਾਂ ਦੀ ਸਰਕਾਰੀ ਨੌਕਰੀ ਦਾ ਪੇਪਰ ਹੋਵੇ ਉਹਨਾਂ ਨੂੰ ਅਸੀਂ ਕਲੀਅਰ ਕਰਵਾਉਂਦੇ ਹਾਂ। ਠੀਕ ਹੈ, ਕਿਉਂਕਿ ਇੱਕ ਪੇਪਰ ਕਲੀਅਰ ਕਰਨ ਦੇ ਵਿੱਚ ਦੇਖੋ 4 ਪਾਰਟ ਹੁੰਦੇ ਨੇ, ਸਾਰੇ ਹੀ ਪਾਰਟ ਇੰਪੋਰਟੈਂਟ ਨੇ। ਦੇਖੋ ਮੈਥ, ਰੀਜ਼ਨਿੰਗ, ਇੰਗਲਿਸ਼ ਅਤੇ GK, ਇਹਨਾਂ ਚਾਰਾਂ ਨੂੰ ਮਿਲਾ ਕੇ ਪੇਪਰ ਦੇ ਵਿੱਚ ਆਉਂਦਾ। ਅਤੇ ਆਪਣੇ ਪੰਜਾਬ ਦੇ ਵਿੱਚ ਲਗਾ ਲਓ ਜ਼ਿਆਦਾਤਰ ਬੱਚੇ ਮੈਥ ਤੋਂ ਬਹੁਤ ਡਰਦੇ ਨੇ। ਮੈਥ ਤੋਂ ਡਰਨ ਦਾ ਕਾਰਨ ਇਹ ਹੈ ਕਿ ਆਪਣੇ ਸਕੂਲਾਂ ਦੇ ਵਿੱਚ ਜਦੋਂ ਅਸੀਂ ਵੀ ਪੜ੍ਹਦੇ ਹੁੰਦੇ ਸੀ, ਇਹ ਲਗਾ ਲਓ ਵੀ ਟੀਚਰਸ ਨੇ ਕਦੇ ਸਾਡੇ ਕੰਸੈਪਟ ਵੱਲ ਜ਼ੋਰ ਨਹੀਂ ਦਿੱਤਾ। ਜੇ ਟੀਚਰਸ ਨੇ ਦਿੱਤਾ ਤਾਂ ਮੰਨ ਲਓ ਬੱਚਿਆਂ ਨੇ ਜ਼ੋਰ ਨਹੀਂ ਦਿੱਤਾ। ਬੱਚਿਆਂ ਦਾ ਵੀ ਕਸੂਰ ਨਹੀਂ ਕੱਢ ਸਕਦੇ ਕਿਉਂਕਿ ਉਹ ਇੱਕ ਏਜ ਹੀ ਇਹੋ ਜਿਹੀ ਹੁੰਦੀ ਹੈ ਵੀ ਬੱਚਾ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਨਹੀਂ ਹੁੰਦਾ, ਪਰ ਉਹਨੂੰ ਉਸ ਟਾਈਮ ਉਹ ਗਲਤੀ ਪਤਾ ਨਹੀਂ ਲੱਗਦੀ। ਜਦੋਂ ਉਹ ਗ੍ਰੈਜੂਏਸ਼ਨ ਕਰ ਲੈਂਦਾ, ਫਿਰ MA, MA ਕਰ ਲਾਂ, ਫਿਰ ਵੀ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਬੇਰੁਜ਼ਗਾਰ ਹਾਂ। ਉਹ ਬੇਰੁਜ਼ਗਾਰ ਦਾ ਕਾਰਨ ਇਹ ਨਹੀਂ ਹੈਗਾ ਵੀ ਉਹ ਜ਼ਿਆਦਾ ਪੜ੍ਹ ਲਿਆ, ਬੇਰੁਜ਼ਗਾਰ ਦਾ ਕਾਰਨ ਇਹ ਹੈ ਵੀ ਉਹ ਕੰਪੀਟੀਸ਼ਨ ਦੇ ਵਿੱਚ ਆ ਨਹੀਂ ਰਿਹਾ। ਕਿਉਂ ਨਹੀਂ? ਜੇ ਆ ਰਿਹਾ ਤਾਂ ਉਹ ਸਿਰਫ 1 ਜਾਂ 2 ਮਹੀਨਾ ਲਗਾ ਰਿਹਾ ਵੀ ਉਹ ਕਹਿੰਦਾ ਵੀ ਬਹੁਤ ਔਖਾ ਹੈ, ਅਸੀਂ ਨਹੀਂ ਕਰ ਸਕਦੇ। ਅਤੇ ਇਹਦੇ ਲਈ ਉਹ ਬਾਹਰ ਜਾਂਦਾ, ਬਾਹਰ ਜਾ ਕੇ ਮਿਹਨਤ ਕਰਦਾ, ਬਾਹਰ ਜਾ ਕੇ ਦਿਹਾੜੀਆਂ ਕਰਨ ਲਈ ਤਿਆਰ ਹੋ ਜਾਂਦਾ। ਤਾਂ ਅਸੀਂ ਚਾਹੁੰਦੇ ਜੇ ਬਾਹਰ ਜਾ ਕੇ ਉਹ ਮਿਹਨਤ ਕਰ ਰਿਹਾ ਦਿਹਾੜੀਆਂ ਦੀ, ਤਾਂ ਕਿਉਂ ਨਾ ਉਹ ਆਪਣੇ ਪੰਜਾਬ ਵਰਗੇ ਇੱਕ ਪਵਿੱਤਰ ਇੰਨੇ ਸੋਹਣੇ ਆਪਣੇ ਦੇਸ਼ ਦੇ ਵਿੱਚ ਚੰਗੀ ਤਰੱਕੀ ਕਰ ਸਕਦਾ ਹੈ। ਤਾਂ ਮੈਂ ਤਾਂ ਇਹੀ ਚਾਹੁੰਦਾ ਵੀ ਤੁਸੀਂ ਬਾਹਰ ਛੱਡ ਕੇ ਇੱਥੇ 1 ਸਾਲ ਮਿਹਨਤ ਕਰੋ ਅਤੇ ਗੌਰਮੈਂਟ ਜੋਬ ਦੀ ਪ੍ਰੈਪਰੇਸ਼ਨ ਕਰੋ ਅਤੇ ਸਰਕਾਰੀ ਨੌਕਰੀ ਇੱਥੇ ਹੀ ਲੱਗੋ। ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਹੀ ਪੜ੍ਹਦੇ ਨੇ, ਤੁਸੀਂ ਰੋਜ਼ ਅਖਬਾਰਾਂ 'ਚ ਟੀਵੀਆਂ 'ਚ ਸੁਣਦੇ ਹੋਣੇ ਵੀ ਗਰੀਬ ਪਰਿਵਾਰ ਦੀ ਕੁੜੀ ਨੇ ਇੰਨੀ ਮਿਹਨਤ ਕੀਤੀ, ਪੜ੍ਹ ਕੇ ਜੱਜ ਲੱਗ ਗਈ, ਕੋਈ ਕਿਤੇ ਲੱਗ ਗਿਆ। ਉਹ ਵੀ ਤਾਂ ਬੱਚੇ ਮਿਹਨਤ ਕਰਦੇ ਨੇ। ਉਹ ਮਿਹਨਤ ਤਾਂ ਕਰਦੇ ਨੇ, ਦੇਖੋ ਉਹਨਾਂ ਕੋਲ ਕੋਈ ਹੋਰ ਸਾਧਨ ਨਹੀਂ ਹੈਗਾ, ਉਹਨਾਂ ਨੇ ਆਪਣਾ ਕਰੀਅਰ ਬਣਾਉਣਾ ਹੈ ਤਾਂ ਉਹਨਾਂ ਨੂੰ ਸਟਾਰਟਿੰਗ ਤੋਂ ਹੀ ਸਿਖਾਇਆ ਜਾਂਦਾ ਬੱਚੇ ਉਹ ਆਪਾਂ ਦੇ ਕੋਲ ਸਿਰਫ ਬਾਹਰ ਜਾਣ ਜੋਗੇ ਪੈਸੇ ਨਹੀਂ, ਇੱਥੇ ਹੀ ਮਿਹਨਤ ਕਰਨੀ ਹੈ। ਆਪਾਂ ਆਪਣੇ ਬੱਚਿਆਂ ਨੂੰ ਕਹਿ ਦਿਓ ਕਲਚਰ ਦੇ ਵਿੱਚ ਇਹ ਸਿਖਾ ਰਹੇ ਹਾਂ, ਕੋਈ ਗੱਲ ਨਹੀਂ ਬੇਟੇ, ਨਹੀਂ ਹੋਇਆ ਤੂੰ ਬਾਹਰ ਹੀ ਜਾ, ਇੰਡੀਆ ਦੇ ਵਿੱਚ ਕੁਛ ਨਹੀਂ ਹੈਗਾ। ਆਪਾਂ ਛੋਟੇ ਹੁੰਦੇ 10ਵੀਂ ਕਲਾਸ ਤੋਂ ਆਪਣੇ ਬੱਚੇ ਦੇ ਮਾਈਂਡ 'ਚ ਪਾ ਦਿੰਦੇ ਨੇ। ਤਾਂ ਇਹੀ ਸੋਚ ਹੈ ਅੱਜ ਕੱਲ੍ਹ 10ਵੀਂ 12ਵੀਂ ਤੋਂ ਬਾਅਦ ਬੱਚਿਆਂ ਦੇ ਮਨ 'ਚ ਹੈ ਵੀ ਬਾਹਰ ਹੀ ਜਾਣਾ। ਫਿਰ ਆਪਾਂ ਕਸੂਰ ਸਰਕਾਰ ਦਾ ਕਹਿੰਦੇ ਹਾਂ। ਜੇ ਆਪਾਂ ਕਹੀਏ ਨੌਕਰੀਆਂ ਦੀ ਕਮੀ ਹੈ, ਨੌਕਰੀਆਂ ਦੀ ਕਮੀ ਕੋਈ ਨਹੀਂ। ਤੁਸੀਂ ਚੱਕ ਕੇ ਦੇਖੋ ਆਪਣੇ ਪੂਰੇ ਇੰਡੀਆ ਦੇ ਵਿੱਚ 1 ਸਾਲ ਦੇ ਵਿੱਚ ਘੱਟੋ ਘੱਟ 2-2.5 ਲੱਖ ਪੋਸਟ ਨਿਕਲਦੀ ਹੈ, ਹਰ ਸਾਲ ਨਿਕਲਦੀ ਹੈ, ਭਾਵੇਂ ਉਹ ਸੈਂਟਰ ਦੀ ਹੋਵੇ, ਭਾਵੇਂ ਕਿਸੇ ਦੀ ਸਟੇਟ ਦੀ ਹੋਵੇ। ਤੁਸੀਂ ਹੁਣ ਦੇਖੋ ਆਪਣੇ ਪੰਜਾਬ ਦੇ ਵਿੱਚ ਬਾਹਰਲੀ ਸਟੇਟਾਂ ਆ ਕੇ ਅਪਲਾਈ ਕਰ ਰਹੇ, ਕਿਉਂਕਿ ਆਪਣੇ ਪੰਜਾਬ ਦੇ ਨਹੀਂ ਦਿੰਦੇ। ਤੁਸੀਂ ਕਦੇ ਦੇਖੋ ਆਪਣੇ ਪੰਜਾਬ ਦੇ ਵਿੱਚ ਆਈਲੈਟ ਸੈਂਟਰ ਜ਼ਿਆਦਾ ਨੇ। ਕਿਉਂ ਜ਼ਿਆਦਾ ਨੇ? ਵੀ ਆਪਾਂ ਬਾਹਰ ਜਾਣਾ ਚਾਹੁੰਦੇ ਹਾਂ। ਕਦੀ ਤੁਸੀਂ UP, ਬਿਹਾਰ ਵਰਗੇ ਸ਼ਹਿਰਾਂ 'ਚ ਜਾ ਕੇ ਦੇਖੋ, ਉੱਥੇ ਤੁਹਾਨੂੰ ਆਈਲੈਟ ਸੈਂਟਰ ਘੱਟ ਮਿਲਣਗੇ, ਉੱਥੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਸੈਂਟਰ ਜ਼ਿਆਦਾ ਮਿਲਦੇ ਨੇ ਕਿਉਂਕਿ ਉਹਨਾਂ ਕੋਲ ਉੱਥੇ ਹੋਰ ਕੋਈ ਹੈ ਨਹੀਂ। ਜੇ ਆਪਾਂ ਕਹਿ ਦਈਏ ਵੀ ਇਨਕਮ ਦਾ ਕੋਈ ਹੋਰ ਸਾਧਨ ਨਹੀਂ, ਕਿਉਂਕਿ ਉਹਨਾਂ ਨੂੰ ਸਿੱਧਾ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਮਿਹਨਤ ਕਰੋ, ਸਰਕਾਰੀ ਨੌਕਰੀ ਲਓ। ਤੁਸੀਂ ਅੱਜ ਕੱਲ੍ਹ ਆਪਣੇ ਪੰਜਾਬ 'ਚ ਵੀ ਜਿੱਥੇ ਬੈਂਕ ਮੈਨੇਜਰ ਜਾਓ, ਤੁਹਾਨੂੰ ਜ਼ਿਆਦਾਤਰ ਉੱਧਰਲੇ ਸ਼ਹਿਰਾਂ ਦੇ ਹੀ ਲੋਕ ਮਿਲਦੇ ਨੇ ਉੱਚੀਆਂ ਪੋਸਟਾਂ 'ਤੇ। ਤਾਂ ਕਿਤੇ ਨਾ ਕਿਤੇ ਜੋ ਵੀ ਕਾਰਨ ਹੈ ਵੀ ਬਾਹਰ ਜਾਣ ਕਾ ਵੀ ਲੋਕ ਲਾ ਲਓ ਨਿਊ ਚਾਹਾਂ ਵੀ ਮਿਹਨਤ ਵੀ ਨਹੀਂ ਕਰਨੀ, ਬਸ ਪੈਸੇ ਹੈਗੇ ਆਪਣੇ ਕੋਲ ਯਾਰ ਪੈਸੇ ਲਾ ਦਈਏ ਅਤੇ ਬਾਹਰ ਵਗ ਜਾਈਏ। ਜੱਟਾਂ ਕੇ ਖਾਸ ਕਰ ਜਿਹੜੇ ਅੱਜ ਕੱਲ੍ਹ ਮੁੰਡੇ, ਨੌਜਵਾਨ ਮੁੰਡੇ ਕੁੜੀਆਂ, ਉਹਨਾਂ ਨੂੰ ਕੀ ਹੋਆ ਵੀ ਆਪਣੇ ਕੋਲ 2 ਕਿੱਲੇ ਜ਼ਮੀਨ ਕੇ ਹੈਗੇ ਆ, 4 ਕਿੱਲੇ ਜ਼ਮੀਨ ਕੇ ਹੈਗੇ ਆ, ਵੀ 1 ਕਿੱਲਾ ਵੇਚ ਦਿਓ ਅਤੇ ਆਪਾਂ ਬਾਹਰ ਵਗ ਜਾਏ, ਸੈੱਟ ਹੋ ਜਾਏਗਾ ਫਿਊਚਰ। ਪਰ ਕਦੇ ਵੀ ਇਸकी ਬਜਾਏ ਉਹ ਬਹੁਤ ਘੱਟ ਸੋਚਿਆ ਜਾ ਰਿਹਾ ਅੱਜ ਦੇ ਟਾਈਮ 'ਚ ਵੀ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ। ਮਿਲਦੀਆਂ ਕਿਉਂ ਨਹੀਂ? ਸਰਕਾਰਾਂ ਨੌਕਰੀਆਂ ਨਹੀਂ ਕੱਢਦੀਆਂ। ਅਸੀਂ ਕਿਤੇ ਨਾ ਕਿਤੇ ਕਹਿ ਦਈਏ ਵੀ ਹਮਾਰੇ ਕੋਲ ਕੋਟੇ ਕਰਕੇ ਧੱਕਾ ਹੋ ਗਿਆ ਜੀ, ਨਹੀਂ ਹੋ ਗਿਆ, ਨਹੀਂ ਹੋ ਗਿਆ। ਪਰ ਇਸकी ਬਜਾਏ ਜਿਸ ਤਰ੍ਹਾਂ ਮਤਲਬ ਤੁਸੀਂ ਦੱਸ ਰਹੇ ਆ ਵੀ ਜਿਹੜਾ ਪੇਪਰ ਆ ਤੁਸੀਂ 1 ਸਾਲ ਮੈਂ ਕਹਿ ਰਹੇ ਹੋ ਤੁਸੀਂ ਗਰੰਟੀ, ਮਤਲਬ ਗਰੰਟੀ ਦਿਓ ਆ ਤੁਸੀਂ? ਹਾਂਜੀ, ਦੇਖੋ ਜੇ ਸਾਡੇ ਹਿਸਾਬ ਨਾਲ ਬੱਚਾ ਚੱਲਦਾ, ਮਿਹਨਤ ਕਰਦਾ, ਰੈਗੂਲਰ ਸਾਡੇ ਕੋਲ ਆਉਂਦਾ ਤਾਂ ਅਸੀਂ ਲਿਖਤ ਗਰੰਟੀ ਦਿੰਦੇ ਹਾਂ ਵੀ 1 ਸਾਲ 'ਚ ਪੇਪਰ ਕਲੀਅਰ ਕਰਾਉਣਾ। ਪਰ ਕਾਫੀ ਬੱਚੇ ਦੇਖੋ, ਮੈਂ ਇਹ ਨਹੀਂ ਕਹਿੰਦਾ ਜੇ ਤੁਸੀਂ ਆ ਰਹੇ ਹੋ ਰੈਗੂਲਰ ਨਹੀਂ ਆ ਰਹੇ, 3 ਮਹੀਨੇ ਆਏ, ਫਿਰ 2 ਮਹੀਨੇ ਨਹੀਂ ਆਏ ਅਤੇ ਮਿਹਨਤ ਵੀ ਨਹੀਂ ਕਰਨੀ, ਫਿਰ ਬੱਚੇ ਦੇਖੋ ਤੁਸੀਂ ਭਾਵੇਂ ਸਾਲ ਲੱਗੇ ਰਹੋ, 1.5 ਸਾਲ, ਜੇ ਤੁਹਾਡੇ ਅੰਦਰ ਇੱਛਾ ਨਹੀਂ ਹੈਗੀ ਵੀ ਅਸੀਂ ਜੋਬ ਨਹੀਂ ਲੈਣੀ, ਫਿਰ ਭਾਵੇਂ ਬੱਚੇ ਫਿਰ ਤੁਹਾਨੂੰ ਕੋਈ ਵੀ ਨਹੀਂ ਕਰਵਾ ਸਕਦਾ। ਬਟ ਇਹ ਅਸੀਂ ਲੈਂਦੇ ਹਾਂ ਜੇ ਤੁਹਾਡੇ ਦੇ ਅੰਦਰ ਇੱਛਾ ਹੈਗੀ ਕਰਨ ਦੀ, ਫਿਰ ਗਰੰਟੀ ਹੈ 1 ਸਾਲ ਦੇ ਅੰਦਰ ਅਸੀਂ ਪੇਪਰ ਕਲੀਅਰ ਕਰਾਵਾਂਗੇ। ਇਸ ਪੇਪਰ ਬਹੁਤ ਬੜੀ ਗੱਲ ਬਾਈ ਨੇ ਕਹੀ ਹੈ, ਕਿਉਂਕਿ ਬਾਈ ਕਹਿ ਰਹੇ ਆ ਵੀ 1 ਸਾਲ ਕੇ ਅੰਦਰ
1 ਸਾਲ ਕੋਈ ਮੇਰੇ ਹਿਸਾਬ ਗੱਲ ਬਹੁਤਾ ਬੜਾ ਸਮਾਂ ਵੀ ਨਹੀਂ ਹੈਗਾ, ਕਿਉਂਕਿ ਜਿਨ੍ਹਾਂ ਨੇ ਮਿਹਨਤ ਕਰਨੀ ਆ ਉਹ ਆਪਣੀ ਜ਼ਿੰਦਗੀ ਸੰਵਾਰਨੀ ਆ। ਜ਼ਿੰਦਗੀ ਵਾਸਤੇ ਬੰਦਾ 5-5 10-10 ਸਾਲ ਵੀ ਲੋਕ, ਕਿਉਂਕਿ PhD ਵਾਲੇ ਕੀ ਲਾ ਲਓ ਆਪਾਂ, PhD ਦੇ ਵਿੱਚ ਤਕਰੀਬਨ 5 ਸਾਲ ਆਰਾਮ ਨਾਲ, 4-5 ਸਾਲ ਆਰਾਮ ਨਾਲ ਲੱਗ ਜਾ। ਤਾਂ ਸਰ ਉਹ ਬਾਤ ਕਹਿ ਰਹੇ ਹਾਂ ਕਿ 1 ਸਾਲ, ਸਿਰਫ 1 ਸਾਲ ਤੁਸੀਂ ਸਮਰਪਿਤ ਹੋ ਕੇ ਜੇਕਰ ਇਹਨਾਂ ਨੂੰ ਦੇ ਦੂੰਗਾ ਤਾਂ 1 ਸਾਲ ਦੇ ਵਿੱਚ ਗਰੰਟੀ ਹੈ। ਸਰ ਮੈਨੂੰ ਇੱਕ ਗੱਲ ਦੱਸੋ ਜੀ, ਤੁਸੀਂ ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਥੋੜ੍ਹੀ ਮੈਥ ਦੇ ਵਿੱਚ ਸਪੈਸ਼ਲਿਟੀ ਹੈ, ਬਹੁਤ ਗਰੰਟੀ ਦਿਓ ਇਸ ਚੀਜ਼ ਦੀ। ਤੁਸੀਂ ਜਦ ਸ਼ੁਰੂ 'ਚ ਪੜ੍ਹੇ ਕਰਦੇ, ਤੁਸੀਂ ਇਸ ਫੀਲਡ 'ਚ ਪਹਿਲਾਂ ਕਿਸ ਤਰ੍ਹਾਂ ਆਏ ਵੀ? ਕਿਉਂਕਿ ਪਹਿਲਾਂ ਬੰਦਾ ਹਰ ਕੋਈ ਕਿਤੇ ਨਾ ਕਿਤੇ ਸ਼ੁਰੂ 'ਚ ਤਾਂ ਨਹੀਂ ਹੈ ਨਾ, ਕੋਈ ਵੀ ਆਪਣਾ ਬਿਜ਼ਨਸ ਸ਼ੁਰੂ ਕਰਦਾ। ਤੁਸੀਂ ਕਿਸ ਤਰ੍ਹਾਂ ਸ਼ੁਰੂ ਕਰੀ ਆਪਣੀ? ਦੇਖੋ ਸਰ, ਮੈਂ ਕੀ ਕੀਤਾ ਸਟਾਰਟਿੰਗ ਦੇ ਵਿੱਚ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਅਸੀਂ ਬਹੁਤ ਵੱਡੇ ਰਿਚ ਫੈਮਿਲੀ ਦੇ ਵਿੱਚੋਂ ਹੈਗੇ ਸੀ। ਤਾਂ ਨੋਰਮਲੀ ਸਾਨੂੰ ਕੰਮ ਬੜੇ ਕਰਨੇ ਪਏ। +2 'ਚ ਫੈਕਟਰੀਆਂ 'ਚ ਵੀ ਲੱਗੇ, ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਉਸ ਟਾਈਮ 'ਤੇ ਦੌਰ ਚੱਲਦਾ ਸੀ, ਸਿੰਮਾਂ ਦਾ ਦੌਰ ਚੱਲਦਾ ਸੀ, ਸਿਮ ਵੀ ਵੇਚੇ ਅਤੇ ਹੋਰ ਵੀ ਬਹੁਤ ਛੋਟੇ-ਮੋਟੇ ਮੌਲਸ ਵਗੈਰਾ 'ਚ ਲੱਗੇ। ਮਤਲਬ ਤੁਸੀਂ ਗ੍ਰੈਜੂਏਸ਼ਨ ਜਦੋਂ ਸਾਡੀ ਪੂਰੀ ਹੋਈ ਤਾਂ ਇਹ ਸੋਚਿਆ ਵੀ ਸਾਡੀ ਲਾਈਫ ਕੀ ਹੈ, ਇਹੀ ਹੈ ਵੀ ਸਿਮ ਵੇਚਣੇ ਨੇ, ਇਹ ਟਾਰਗੇਟ ਪੂਰੇ ਕਰਨੇ ਨੇ। ਤਾਂ ਮਤਲਬ ਫਿਰ ਚਲੋ ਸਾਨੂੰ ਕਿਸੇ ਨੇ ਇੱਕ ਮੌਕਾ ਦਿੱਤਾ ਪੜ੍ਹਾਉਣ ਦਾ, ਕੁਦਰਤੀ। ਚਲੋ ਇਹ ਲਾ ਲਓ ਵੀ ਸਟਾਰਟਿੰਗ ਦੇ ਵਿੱਚੋਂ ਮੇਰਾ ਮੈਥ ਦਾ ਸਕਿੱਲ ਜਾਂ ਲੌਜੀਕਲੀ, ਅਸੀਂ ਸਟਾਰਟਿੰਗ ਤੋਂ ਲੌਜੀਕਲੀ ਸੋਚਦੇ ਸੀ। ਇਹਦੇ ਵਿੱਚ ਮੇਰੇ ਪਾਪਾ ਦਾ ਬੜਾ ਹੱਥ ਹੈ, ਕਿਉਂਕਿ ਜਦੋਂ ਵੀ ਅਸੀਂ ਬਾਜ਼ਾਰ 'ਚ ਜਾਣਾ, ਕੋਈ ਵੀ ਲਿਸਟ ਲੈ ਕੇ ਆਉਣੀ, ਤਾਂ ਉਸ ਹਿਸਾਬ ਕਿਤਾਬ ਮੇਰੇ ਤੋਂ ਲਵਾਉਂਦੇ ਸੀ। ਤੂੰ ਦੱਸ ਕਿੰਨੇ ਪੈਸੇ ਮੁੜਨੇ ਨੇ, ਕਿੰਨੇ ਪੈਸੇ ਨਹੀਂ ਮੁੜਨੇ। ਇਹ ਵੀ ਅੱਜ ਕੱਲ੍ਹ ਦਾ ਕਾਰਨ ਹੈ ਬੱਚਿਆਂ ਦਾ ਮੈਥ ਸਟਰੋਂਗ ਨਾ ਹੋਣ ਦਾ, ਵੀ ਅੱਜ ਕੱਲ੍ਹ ਪੇਰੈਂਟਸ ਬੱਚਿਆਂ ਨੂੰ ਹਿਸਾਬ ਕਿਤਾਬ ਨਹੀਂ ਦਿੰਦੇ, ਹੱਥ 'ਚ ਦਿੰਦੇ ਹੀ ਨਹੀਂ ਹੈਗੇ, ਜ਼ਿੰਮੇਵਾਰੀਆਂ ਨਹੀਂ ਦਿੰਦੇ। ਬਟ ਮੇਰੇ ਪਾਪਾ ਨੇ ਮੈਨੂੰ 7ਵੀਂ 8ਵੀਂ ਕਲਾਸ ਤੋਂ ਹੀ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ। ਪੈਸੇ ਦਾ ਹਿਸਾਬ ਕਿਤਾਬ ਤੂੰ ਕਰਨਾ ਹੈ। ਉਹ ਸਾਡੇ ਤੋਂ ਜੋੜ ਵੀ ਲਵਾਉਂਦੇ ਸੀ, ਵੱਡੀ ਕੈਲਕੂਲੇਸ਼ਨਾਂ ਦਾ, ਮਹੀਨੇ ਦਾ ਕੈਲਕੂਲੇਸ਼ਨ ਕਰਕੇ ਦੱਸੋ ਕਿੰਨਾ ਨਿਕਲਦਾ। ਉਹ ਸਾਡਾ ਇੰਨਾ ਕੁ ਲਗਨ ਬਣ ਗਿਆ ਸੀ ਮੈਥ ਨਾਲ, ਸਾਡੇ ਲਈ ਜੋੜ ਘਟੋ ਗੁਣਾ ਕਰਨਾ ਕੋਈ ਔਖਾ ਨਹੀਂ ਸੀ। ਅਤੇ ਜਦੋਂ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਇੰਸਟੀਚਿਊਟ 'ਚ ਗਏ, ਵੀ ਚਲੋ ਅਸੀਂ ਵੀ, ਸਾਨੂੰ ਕਿਸੇ ਨੇ ਦੱਸਿਆ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰੋ। ਅਤੇ ਜਦੋਂ ਅਸੀਂ ਗਏ ਇੱਥੇ, ਅਸੀਂ ਉਹਨਾਂ ਟੀਚਰਸ ਨੂੰ ਦੇਖਿਆ ਪੜ੍ਹਾਉਂਦੇ ਹੋਏ ਵੀ ਇਹ ਕਿਸ ਤਰ੍ਹਾਂ ਪੜ੍ਹਾਉਣੀ, ਤਾਂ ਕੋਈ ਔਖਾ ਚੀਜ਼ ਨਹੀਂ ਹੈਗੀ, ਅਤੇ ਵੀ ਅਸੀਂ ਇਸ ਨੂੰ ਥੋੜ੍ਹਾ ਜਿਹਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। ਅਤੇ ਅਸੀਂ ਉਹਨਾਂ ਨੇ, ਜਦੋਂ ਸਾਡੇ ਟਾਈਮ 'ਤੇ ਹੁੰਦਾ ਸੀ ਟੀਚਰ ਨਾਲ ਮੌਕਾ ਦਿੰਦੇ ਹੁੰਦੇ ਸੀ ਸਟੂਡੈਂਟ ਨੂੰ ਵੀ ਤੁਸੀਂ ਪੜ੍ਹਾ ਕੇ ਦਿਖਾਓ ਕਿਵੇਂ ਕੀਤਾ। ਅਸੀਂ ਪੜ੍ਹਾਇਆ ਅਤੇ ਬੱਚਿਆਂ ਨੂੰ ਵਧੀਆ ਲੱਗਿਆ। ਬਸ ਉੱਥੋਂ ਸਾਡੀ ਇੱਕ ਜਰਨੀ ਸ਼ੁਰੂ ਹੋਈ ਵੀ ਅਸੀਂ ਵੀ ਪੜ੍ਹਾਉਣਾ ਸ਼ੁਰੂ ਕੀਤਾ। ਅਤੇ ਸ਼ੁਰੂ ਦੇ ਵਿੱਚ ਅਸੀਂ ਇਹ ਲਾ ਲਓ ਵੀ ਸਾਨੂੰ ਲਿਮਟਿਡ ਜਿਹਾ ਗਿਆਨ ਸੀ, ਪਰ ਜਿਉਂ-ਜਿਉਂ ਅਸੀਂ ਪੜ੍ਹਾਉਂਦੇ ਗਏ, ਖੁਦ ਪੜ੍ਹਦੇ ਗਏ, ਤਾਂ ਗਿਆਨ ਸਾਡਾ ਮਤਲਬ ਮੈਥ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਮੈਥ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਐਕਸਪਰਟ ਹੈ, ਮੈਥ ਦੇ ਵਿੱਚ ਸਾਡੇ ਤੋਂ ਵੀ ਜ਼ਿਆਦਾ ਐਕਸਪਰਟ ਬੰਦੇ ਬੈਠੇ ਨੇ। ਬਟ ਹਰ ਟੀਚਰ ਦਾ ਨਾ ਇੱਕ ਤਰੀਕਾ ਹੁੰਦਾ ਸਮਝਾਉਣ ਦਾ, ਠੀਕ ਹੈ। ਮੈਥ ਤੁਹਾਨੂੰ +2 ਵਾਲਾ ਵੀ ਪੜ੍ਹਾ ਸਕਦਾ, ਮੈਥ ਤੁਹਾਨੂੰ PhD ਵਾਲਾ ਵੀ ਪੜ੍ਹਾ ਸਕਦਾ। ਹੋ ਸਕਦਾ ਤੁਹਾਨੂੰ PhD ਵਾਲੇ ਦਾ ਮੈਥ ਪੜ੍ਹਾਉਣ ਦਾ ਤਰੀਕਾ ਸਮਝ ਨਾ ਆਵੇ, +2 ਵਾਲੇ ਦਾ ਆ ਜਾਏ। ਮੈਥ ਇੱਕ ਕਲਾ ਹੈ, ਬਸ ਪੜ੍ਹਾਉਣ ਦਾ ਕਲਾ ਆਉਣੀ ਚਾਹੀਦੀ ਹੈ। ਉਹ ਰੱਬ, ਚਲੋ ਕਹਿ ਲਓ ਗੋਡ ਗਿਫਟ ਹੁੰਦਾ ਵੀ ਸਮਝਾਉਣ ਦਾ ਤਰੀਕਾ ਤੁਹਾਡਾ ਜ਼ਿਆਦਾਤਰ ਬੱਚਿਆਂ ਨੂੰ ਪਸੰਦ ਆਉਂਦਾ। ਉਹ ਲਾ ਲਓ ਵੀ ਸਾਡਾ ਤਰੀਕਾ ਬੱਚਿਆਂ ਨੂੰ ਮੈਥ ਸਮਝਾਉਣ ਦਾ ਵਧੀਆ ਲੱਗਦਾ ਜੀ। ਸਰ ਗੱਲਬਾਤ ਕਰਾਂਗੇ ਕਿ ਤੁਸੀਂ ਕਿਹਾ ਵੀ ਤੁਸੀਂ ਮੈਥ ਬਹੁਤ ਵਧੀਆ ਤਰੀਕੇ ਗੱਲ ਪੜ੍ਹਾ ਰਹੇ ਆ, ਔਰ ਬੱਚੇ ਪੜ੍ਹਾਂ ਵੀ ਆ, ਲਗਨ ਵਾਲੇ ਬੱਚੇ ਆ ਜਿਹੜੇ ਪੜ੍ਹਾਂ ਵੀ ਆ। ਹੁਣ ਤੱਕ ਕਿੰਨੇ ਕੁ ਜਵਾਕ ਤੁਸੀਂ ਪੜ੍ਹਾ ਚੁੱਕੇ ਹੋ ਜਿਹੜੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਆ, ਔਰ ਕਿੰਨਾ ਸਮਾਂ ਹੋ ਗਿਆ ਆਪਣੇ ਇੰਸਟੀਟਿਊਟ ਨੂੰ? ਦੇਖੋ ਸਰ ਜੀ, ਮੈਂ ਜਿਹੜਾ ਪੜ੍ਹਾਉਣਾ ਸ਼ੁਰੂ ਕੀਤਾ ਸੀ 2010 ਤੋਂ ਸ਼ੁਰੂ ਕੀਤਾ। ਮੈਂ ਪਹਿਲਾਂ ਅਲੱਗ 2 ਸਾਲ ਕਿਸੇ ਇੰਸਟੀਚਿਊਟ 'ਚ ਲਾਏ, ਫਿਰ 6 ਸਾਲ ਕਿਸੇ ਇੰਸਟੀਚਿਊਟ 'ਚ ਲਾਏ, 5 ਸਾਲ ਕਿਸੇ ਇੰਸਟੀਚਿਊਟ ਲਾਏ। ਫਿਰ ਮੈਂ 2020 ਤੋਂ ਆਪਣਾ ਇੰਸਟੀਚਿਊਟ ਸ਼ੁਰੂ ਕੀਤਾ ਸੀ। ਚਲੋ ਰੱਬ ਦੀ ਕੀਤਾ, ਜਦੋਂ ਖੋਲ੍ਹਿਆ ਅਤੇ ਨਾਲ ਦੀ ਨਾਲ ਲੋਕਡਾਊਨ ਲੱਗ ਗਿਆ। ਅਤੇ ਪਰ 2021 ਤੋਂ ਹੀ ਪ੍ਰੋਪਰ ਸੁਣੋ ਵੀ ਅਸੀਂ 2021 ਤੋਂ ਸਟਾਰਟ ਕੀਤਾ, ਅਤੇ 2021 ਤੋਂ ਲੈ ਕੇ 2023 ਤੱਕ ਮਤਲਬ ਜਿੰਨੇ ਵੀ ਪੇਪਰ ਹੋਏ ਨੇ ਉਹਨਾਂ ਵਿੱਚੋਂ ਰਿਜ਼ਲਟ ਤੁਹਾਨੂੰ ਪਤਾ 2-3 ਬੱਚਿਆਂ ਮਤਲਬ ਦਾ ਹੀ ਆਇਆ, 2-3 ਪੇਪਰਾਂ ਦਾ ਹੀ ਆਇਆ ਸੀ। ਅਤੇ ਸਾਡਾ 100+ ਬੱਚੇ ਨੂੰ ਅਸੀਂ ਲਵਾ ਚੁੱਕੇ ਹਾਂ, 100+ ਬੱਚੇ ਨੂੰ। ਮਤਲਬ ਤੁਸੀਂ ਲਾ ਲਓ ਜਿਹਦੇ ਵਿੱਚ ਕਾਂਸਟੇਬਲ 50+ ਕਾਂਸਟੇਬਲ ਹੋਣਗੇ, ਅਤੇ ਪੂਰੇ ਪੰਜਾਬ ਦੇ ਵਿੱਚ 8 ਪਟਵਾਰੀ ਸਿਰਫ ਸਾਡੇ ਹੀ ਸੈਂਟਰ 'ਚੋਂ ਲੱਗੇ ਨੇ। 8 ਪਟਵਾਰੀ ਜਿਹੜੇ ਪੰਜਾਬ ਦੇ ਵਿੱਚ ਲੱਗੇ, ਸਾਰੇ ਸੈਂਟਰ ਵਾਲੇ ਪੜ੍ਹਾਂਗੇ। ਹਾਂਜੀ। ਅਤੇ ਜੇਲ੍ਹ ਵਾਰਡਨ ਦੀ ਗੱਲ ਕਰੀਏ, 4-5 ਜੇਲ੍ਹ ਵਾਰਡਨ ਨੇ, PSSB ਕਲਰਕ 10 ਤੋਂ ਜ਼ਿਆਦਾ ਨੇ। ਅਤੇ ਇਸ ਵਾਰ ਵੀ ਜਿਹੜਾ ਰਿਜ਼ਲਟ ਆਇਆ ਉਹਦੇ 'ਚੋਂ 3 ਸਬ ਇੰਸਪੈਕਟਰ ਅਤੇ 2 ਐਕਸਾਈਜ਼ ਇੰਸਪੈਕਟਰ ਅਤੇ ਆਪਣਾ 1 ਕੋਆਪਰੇਟਿਵ ਇੰਸਪੈਕਟਰ, ਅਤੇ ਬਾਕੀ ਕੀ ਨਾਮ ਹੈ ਜੀ ਜਿਹੜਾ ਹੁਣ ਪੇਪਰ ਹੋਇਆ ਪਟਵਾਰੀ, ਜਿਹੜਾ ਹੁਣ ਲੇਟੈਸਟ ਹੋਇਆ, ਇਹਦੇ 'ਚ ਵੀ ਆਪਣੇ 4-5 ਪਟਵਾਰੀ ਹੈਗੇ ਨੇ। ਪਟਵਾਰੀ ਮਤਲਬ ਤੁਹਾਨੂੰ ਠੇਕਾ ਲੈ ਲਿਆ ਪਟਵਾਰੀ ਬਣਾਉਣ ਦਾ? ਨਹੀਂ ਦੇਖੋ, ਅਸੀਂ ਤਾਂ, ਸਾਡੀ ਟੀਮ ਬਹੁਤ ਵਧੀਆ ਮਿਹਨਤ ਕਰਦੀ ਹੈ, ਅਤੇ ਟੀਚਰ ਸਾਰੇ ਹੀ ਬਹੁਤ ਵਧੀਆ ਨੇ। ਮੈਂ ਇਹ ਨਹੀਂ ਕਹਿੰਦਾ ਵੀ ਚਲੋ ਮੇਰੇ ਕਰਕੇ ਹੀ ਇਕੱਲੇ ਕਰਕੇ ਹੈ, ਇਹ ਸਾਡਾ ਜਿੰਨਾ ਵੀ ਬੱਚਿਆਂ ਦੀ ਸਿਲੈਕਸ਼ਨ ਦਿਵਾਉਣ ਦਾ, ਬੱਚਿਆਂ ਦੀ ਵੀ ਮਿਹਨਤ ਹੈ, ਅਤੇ ਸਾਡੀ ਟੀਮ ਦੀ ਮੇਰੇ ਬਰਾਬਰ ਮਿਹਨਤ ਹੈ ਜੀ। ਬਰਾਬਰ ਮਿਹਨਤ ਕਰਾਂ ਮਤਲਬ ਕਿ ਆਪਾਂ ਕਹਿ ਲਈਏ ਵੀ ਜੇ ਸਾਰੇ ਰਲਕਾ ਹੰਬਲਾ ਮਾਰਾਂਗੇ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਚੰਗਾ ਨਤੀਜਾ ਸਾਹਮਣਾ ਆਵੇਗਾ। ਤਾਂ ਬਈ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਆ ਵੀ ਬੱਚੇ ਵਧੀਆ ਪੜ੍ਹਨ ਵਾਲੇ ਹੋਵੇ ਤਾਂ ਤੁਸੀਂ ਉਸਨੂੰ ਫਰੀ ਵੀ ਪੜ੍ਹਾਓਗੇ, ਕਿਉਂਕਿ ਪਰ ਬੱਚਾ ਲੱਗਣ ਵਾਲਾ ਹੋਣਾ ਚਾਹੀਦਾ।
ਤਾਂ 1 ਸਾਲ ਦਾ ਸਮਾਂ ਤੁਸੀਂ ਦੱਸ ਰਹੇ ਹੋ। ਤਾਂ ਇਸਕੇ ਗੈਲ ਗੈਲ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਬੱਚੇ ਅੱਜ ਕੱਲ੍ਹ ਬਾਹਰ ਭੱਜ ਰਹੇ ਬਹੁਤ ਜ਼ਿਆਦਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਬਾਤ ਕਰੀ ਆ ਆਈਲੈਟਸ ਕਰ ਕਹਾ ਬਾਹਰ ਜਾਣ ਦੀ ਤਿਆਰੀ ਕਰਾਂ, ਥਰੇ ਲਵਾ ਕਿਉਂ ਆਵੇਂ? ਕਿਉਂਕਿ ਅਗਲੇ ਨੂੰ ਆਪਸ਼ਨ ਆ ਬਿਨਾਂ ਮਿਹਨਤ ਕਰੀ ਬਾਹਰ ਜਾ ਕੇ ਚੰਗਾ ਪੈਸਾ ਕਮਾ ਰਹੀਆਂ, ਪੂਰਾ ਥਰੇ ਲਵਾ ਕਿਉਂ ਆਵੇਂ? ਦੇਖੋ ਜੇ ਆਪਾਂ ਕਹੀਏ ਅਸੀਂ ਹੁਣ ਕਿਉਂ ਰੋਕਦੇ ਹਾਂ, ਦੇਖੋ ਅੱਜ ਤੋਂ ਜੇ 5-7 ਸਾਲ ਪਹਿਲਾਂ ਜਿਹੜੇ ਬੰਦੇ ਗਏ ਨੇ ਬਾਹਰ, ਤਾਂ ਮੇਰੇ ਹਿਸਾਬ ਨਾਲ ਉਹ ਸਹੀ ਨੇ ਜਿਹੜੇ ਪਹਿਲਾਂ ਗਏ ਨੇ, ਕਿਉਂਕਿ ਉਸ ਟਾਈਮ ਉੱਥੇ ਕੰਮ ਜ਼ਿਆਦਾ ਸੀ ਅਤੇ ਨੋਰਮਲੀ ਡੋਟ ਦੇਖੋ ਪਾਪੂਲੇਸ਼ਨ ਘੱਟ ਸੀ ਤਾਂ ਕੰਮ ਵੀ ਜ਼ਿਆਦਾ ਸੀ। ਤੁਸੀਂ ਹੁਣ ਦੇਖੋ ਅੱਜ ਹਰ ਸਾਲ ਘੱਟੋ ਘੱਟ ਕਿੰਨੇ ਲੱਖਾਂ ਲੋਕ ਪੰਜਾਬ 'ਚੋਂ ਬਾਹਰ ਜਾ ਰਹੇ ਨੇ, ਅਤੇ ਉੱਥੇ ਫਿਰ ਕੰਮ ਤਾਂ ਘਟੂਗਾ ਹੀ। ਅਤੇ ਅੱਜ ਉੱਥੇ ਇਹ ਸਥਿਤੀ ਹੈ, ਮਤਲਬ ਤੁਸੀਂ ਲਾਓ ਵੀ ਉੱਥੇ ਕੰਮ ਜੇ ਤੁਸੀਂ ਸੋਚੋ ਵੀ ਜਾ ਕੇ ਤੁਹਾਨੂੰ ਅਫਸਰ ਵਾਲਾ ਕੰਮ ਮਿਲੂਗਾ, ਉਹ ਨਹੀਂ ਮਿਲਣਾ। ਉੱਥੇ ਸਿਰਫ ਦਿਹਾੜੀਆਂ ਹੀ ਨੇ, ਸਿਰਫ ਤੁਹਾਨੂੰ ਫਿਲਮਾਂ ਇਹਦਾ ਜਾਣ ਦਾ ਕਾਰਨ ਵੀ ਤੁਸੀਂ ਇਹ ਸਿੱਖੋ ਵੀ ਜਿਹੜੀਆਂ ਆਪਣੀਆਂ ਅੱਜ ਕੱਲ੍ਹ ਪੰਜਾਬੀ ਫਿਲਮਾਂ ਜਾਂ ਗਾਣੇ ਨੇ ਉਹ ਨੇ, ਕਿਉਂਕਿ ਉਹ ਫਿਲਮਾਂ ਅਤੇ ਗਾਣਿਆਂ 'ਚ ਇੱਦਾਂ ਦਿਖਾ ਦਿੰਦੇ ਨੇ ਵੀ ਬਾਹਰ ਜਾ ਕੇ ਤੁਹਾਡਾ ਪੁੱਤ ਇਹ ਬਣ ਗਿਆ ਉਹ ਬਣ ਗਿਆ, ਐਕਚੁਅਲੀ ਤੁਸੀਂ ਉਹਦੀ ਰਿਐਲਿਟੀ ਨਹੀਂ ਦਿਖਾਉਂਦੇ ਬਾਹਰ ਜਾ ਕੇ ਤੁਹਾਡੇ ਪੁੱਤ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਅਤੇ ਯੂਥ ਸਿਰਫ ਉਹ ਗਾਣਿਆਂ ਅਤੇ ਫਿਲਮਾਂ ਦੇ ਲੁੱਕ ਦੇ ਵਿੱਚ ਬਾਹਰ ਜਾ ਰਿਹਾ। ਤੁਸੀਂ ਕਿਸੇ ਵੀ ਯੂਥ ਨਾਲ ਬਾਹਰ ਗੱਲ ਕਰ ਲਓ ਜਿਹੜਾ ਅੱਜ ਤੋਂ ਸਾਲ ਪਹਿਲਾਂ ਗਿਆ 1.5 ਸਾਲ ਗਿਆ, ਉਹ ਤੁਹਾਨੂੰ ਉਹਨਾਂ ਵਿੱਚੋਂ 80% ਯੂਥ ਇਹ ਕਹੂਗਾ ਵੀ ਪੰਜਾਬ ਛੱਡ ਕੇ ਬਾਹਰ ਨਾ ਆਓ, ਪੰਜਾਬ ਵਰਗੀ ਮੌਜ ਨਹੀਂ, ਉੱਥੇ ਹੀ ਮਿਹਨਤ ਕਰ ਲਓ। ਇੱਥੇ ਤੁਹਾਡੇ ਕੋਲ ਤੁਹਾਡੇ ਮਾਂ-ਬਾਪ ਨੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੇ ਨਾਲ ਖੜੇ ਨੇ, ਉੱਥੇ ਤੁਹਾਡੇ ਨਾਲ ਕੋਈ ਨਹੀਂ ਖੜਦਾ। ਸਹੀ ਗੱਲ ਹੈ ਜੀ, ਕਿਤੇ ਨਾ ਕਿਤੇ ਵੀ ਮਤਲਬ ਪੰਜਾਬ ਵਰਗੀ ਜਿਹੜੀ ਮੌਜ ਆ ਕਿ ਪੂਰੀ ਦੁਨੀਆ ਮਾ ਕਿਤੇ ਨਹੀਂ ਲੱਭਣੀ, ਕਿਉਂਕਿ ਪੂਰਾ ਆਪਣੇ ਮਾਂ-ਬਾਪ ਵੀ ਆਪਣੇ ਕੋਲ, ਔਰ ਉਸ 'ਤੇ ਬੜੀ ਗੱਲ ਹੈ ਵੀ ਪੰਜਾਬ ਵਰਗੀ ਧਰਤੀ ਹੈ ਜਿਹੜੀ, ਪੰਜਾਬ ਵਰਗੇ ਲੋਕ ਆ ਜਿਹੜੇ ਉਹ ਆਪਾਂ ਨੂੰ ਬਾਹਰ ਨਹੀਂ ਮਿਲਦੇ। ਬਾਹਰ ਬੇਸ਼ੱਕ ਆਪਾਂ ਕਹਿ ਦਈਏ ਕਿ ਆਪਣੇ ਕੋਲ ਪੈਸਾ ਤਾਂ ਹੋਆ, ਪਰ ਉਸ ਪੈਸੇ ਨੂੰ ਵਰਤਣ ਵਾਸਤੇ ਦੋਸਤ ਮਿੱਤਰ ਨਹੀਂ ਮਿਲਦੇ, ਘਰ ਪਰਿਵਾਰ ਨਹੀਂ ਮਿਲਦਾ, ਉਹ ਚੀਜ਼ਾਂ ਨਹੀਂ ਮਿਲਦੀਆਂ, ਜਿਸ ਦਾ ਕਾਰਨ ਬੜਾ ਕਿਤੇ ਨਾ ਕਿਤੇ ਸਰ ਕਹਿ ਰਹੇ ਹਾਂ ਵੀ ਜੇਕਰ ਆਪਾਂ ਮਿਹਨਤ ਕਰਕੇ ਆਪਣੇ ਦੇਸ਼ ਦੇ ਵਿੱਚ ਇਹ ਆਪਣੇ ਦੇਸ਼ ਨੂੰ ਵੀ ਅਮੀਰ ਬਣਾਈਏ ਔਰ ਆਪ ਵੀ ਜਿਹੜੀਆਂ ਆਪਣੀ ਜ਼ਰੂਰਤਾਂ ਉਹ ਪੂਰੀਆਂ ਕਰੀਏ। ਤਾਂ ਸਰ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਬਹੁਤ ਸਟਰਗਲ ਕਰਕੇ ਸਾਹਮਣੇ ਆਏ ਆ, ਫਿਰ ਉਹ ਮੈਥ ਦਾ ਸਾਨੂੰ ਮਤਲਬ ਸ਼ੁਰੂ ਤੋਂ ਹੀ ਦਾ ਕਿਸ ਤਰ੍ਹਾਂ ਸੁਭਾਅ ਪਿਆ ਮੈਥ ਦਾ, ਵੀ ਮੈਥ ਕਿਸ ਤਰ੍ਹਾਂ ਸਟਰੋਂਗ ਕਰਿਆ? ਦੇਖੋ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ ਇਸ ਦੇ ਵਿੱਚ ਮੇਰੇ ਪਾਪਾ ਦਾ ਬਹੁਤ ਵੱਡਾ ਹੱਥ ਰਿਹਾ, ਕਿਉਂਕਿ ਸਾਨੂੰ ਸਟਾਰਟਿੰਗ ਤੋਂ ਹੀ ਉਹਨਾਂ ਨੇ ਕੈਲਕੂਲੇਸ਼ਨਾਂ ਦੇ ਚੱਕਰਾਂ 'ਚ ਪਾਤਾ ਸੀ। ਸਾਨੂੰ ਇਹ ਨਹੀਂ ਪਤਾ ਵੀ ਕਦੋਂ ਸਾਡੀਆਂ ਉਹ ਕੈਲਕੂਲੇਸ਼ਨਾਂ ਇੰਨੀਆਂ ਸਟਰੋਂਗ ਹੋ ਗਈਆਂ, ਸਾਨੂੰ ਮਜ਼ਾ ਆਉਣ ਲੱਗ ਗਿਆ ਉਸ ਚੀਜ਼ 'ਤੇ, ਅਤੇ ਮੈਥ ਸਾਡਾ ਵਧੀਆ ਹੋ ਗਿਆ। ਅਤੇ ਮੈਂ ਤਾਂ ਆਪਣਾ ਸਿਰਫ ਡੈਡੀ ਕਰਕੇ ਹੀ ਕਹੂੰਗਾ ਵੀ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਇਆ, ਮਤਲਬ ਉਹਨਾਂ ਦਾ ਇਹ ਤਾਂ ਨਹੀਂ ਸੀ ਚਲੋ ਮੈਂ ਟੀਚਰ ਬਣਾ, ਤਾਂ ਟੀਚਰ ਤੋਂ ਚਲੋ ਹਾਲਾਤਾਂ ਨੇ ਬਣਾਤਾ ਵੀ ਜਦੋਂ ਆਪਾਂ ਨੂੰ ਲੱਗਿਆ ਵੀ ਪ੍ਰਾਈਵੇਟ ਨੌਕਰੀ ਕੋਈ ਨੌਕਰੀ ਹੈ ਹੀ ਨਹੀਂ, ਤਾਂ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਪ੍ਰਾਈਵੇਟ ਨੌਕਰੀ ਦੇ ਵਿੱਚ ਕੀ ਹੈ। ਅਤੇ ਜਦੋਂ ਕੁਝ ਨਹੀਂ ਹੋਇਆ ਤਾਂ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਆਏ, ਤਾਂ ਸਟਾਰਟਿੰਗ ਦੇ ਵਿੱਚ ਅਸੀਂ ਪੈਸੇ ਲਈ ਆਏ ਸੀ ਵੀ ਚਲੋ ਬਾਹਰ ਕਿਸੇ ਲੋਕਾਂ ਦੀ ਮਿਹਨਤਾਂ ਕਰਨ ਨਾਲੋਂ ਇੱਕ ਪੜ੍ਹਾਉਣ ਦਾ ਪ੍ਰੋਫੈਸ਼ਨ ਵਧੀਆ ਹੈ। ਅਤੇ ਨੋਰਮਲੀ ਹੌਲੀ ਹੌਲੀ ਪਤਾ ਲੱਗਿਆ ਵੀ ਰਿਐਲਿਟੀ ਦੇ ਵਿੱਚ ਇਹ ਪ੍ਰੋਫੈਸ਼ਨ ਬਹੁਤ ਵਧੀਆ ਹੈ, ਤੁਸੀਂ ਬਹੁਤ ਲੋਕਾਂ ਦੀ ਮਦਦ ਕਰਦੇ ਹੋ। ਅਤੇ ਕਾਫੀ ਦੇ ਬੱਚੇ ਮੈਨੂੰ ਕੋਲ ਇਹ ਪੁੱਛਦੇ ਨੇ ਸਰ ਤੁਸੀਂ ਫਿਰ ਕਿਉਂ ਨਹੀਂ ਕਰਦੇ ਸਰਕਾਰੀ ਨੌਕਰੀ? ਮੈਂ ਵੀ ਇਹੋ ਹੀ ਬਾਤ ਪੁੱਛਣ ਲੱਗਿਆ ਤਾਂ ਵੀ ਤੁਸੀਂ ਇੰਨਾ ਪੜ੍ਹ ਲਿਆ, ਲੋਕਾਂ ਨੂੰ ਲਵਾਤੇ, ਆਪ ਕਿਉਂ ਨਹੀਂ? ਕਹਿਣਾ ਜੱਟ ਨੇ ਲਵਾਏ ਬੜੇ ਡਿਪਟੀ DC, ਪਰ ਆਪ ਨਹੀਂ ਲੱਗੇ ਕਾਸਤ ਹੀ। ਦੇਖੋ ਬਿਲਕੁਲ ਸਹੀ ਹੈ, ਮੈਨੂੰ ਬਹੁਤ ਜਣੇ ਇਹ ਲੋਕ ਪੁੱਛਦੇ ਨੇ ਤੁਸੀਂ ਆਪ ਕਿਉਂ ਨਹੀਂ ਲੱਗੇ? ਦੇਖੋ ਸਾਡੇ ਇਹਦਾ ਲੱਗਣ ਦਾ ਕਾਰਨ ਇਹ ਨਹੀਂ ਹੈਗਾ ਵੀ ਸਾਡਾ ਕੋਈ ਪੇਪਰ ਨਹੀਂ ਕਲੀਅਰ ਹੋਇਆ, ਮੇਰੇ ਬਹੁਤ ਪੇਪਰ ਕਲੀਅਰ ਹੋਏ ਨੇ, 4-5 ਪੇਪਰ ਕਲੀਅਰ ਹੋਏ ਨੇ, ਜਿਹਦੇ ਕਰਕੇ ਮੈਂ ਖੁਦ ਨਹੀਂ ਜੁਆਇਨ ਕਰਾਇਆ। ਐਕਚੁਅਲੀ ਕਹਿੰਦੇ ਨਹੀਂ ਇੱਕ ਕੰਮ ਦੇ ਵਿੱਚ ਤੁਹਾਨੂੰ ਮਜ਼ਾ, ਕੰਮ ਉਹ ਕਰਨਾ ਚਾਹੀਦਾ ਜਿਹਦੇ ਵਿੱਚ ਤੁਹਾਨੂੰ ਮਜ਼ਾ ਆਵੇ, ਠੀਕ ਹੈ ਜੀ। ਅਤੇ ਸਟਾਰਟਿੰਗ ਤੋਂ ਹੀ ਜੇ ਤੁਸੀਂ ਮੈਨੂੰ ਕਹੋਗੇ ਪੜ੍ਹਾਉਣ ਦੇ ਵਿੱਚ ਇੰਨਾ ਮਜ਼ਾ ਆਉਂਦਾ ਨਾ ਜੀ, ਕਿਸੇ ਨੂੰ ਸਮਝਾਉਣ ਦੇ ਵਿੱਚ ਜਾਂ ਟੀਚਿੰਗ ਦੇ ਵਿੱਚ ਬਹੁਤ ਮਜ਼ਾ ਆਉਂਦਾ। ਪ੍ਰੋਫੈਸ਼ਨ ਦਿਲ ਤੋਂ ਕਰੀਦੇ ਕੋਈ ਕੰਮ ਨੂੰ, ਕੋਈ ਵੀ ਕੰਮ ਉਹ ਕਰੋ ਜੋ ਦਿਲ ਤੋਂ, ਤਾਂ ਟੀਚਿੰਗ ਸਾਡੀ ਦਿਲ ਤੋਂ ਕਰਦੇ ਹਾਂ, ਤਾਂ ਇਸ ਲਈ ਇਹਦੇ 'ਚ ਇੰਨਾ ਮਜ਼ਾ ਆਉਂਦਾ, ਇਸ ਨੂੰ ਅਸੀਂ ਛੱਡ ਨਹੀਂ ਪਾਏ, ਤਾਂ ਇਸ ਨੂੰ ਅਸੀਂ ਆਪਣਾ ਪ੍ਰੋਫੈਸ਼ਨ ਬਣਾ ਲਿਆ। ਤਾਂ ਜਾਂਦੇ ਜਾਂਦੇ ਮਾਰੇ ਦਰਸ਼ਕਾਂ ਨੂੰ ਇੱਕ ਤਾਂ ਤੁਸੀਂ ਆਪਣਾ ਐਡਰੈਸ ਦੱਸ ਦਿਓ, ਕਿਉਂਕਿ ਬਹੁਤ ਸਾਰੇ ਸਟੂਡੈਂਟ ਆ ਜਿਨ੍ਹਾਂ ਨੂੰ ਇਹੋ ਜਿਹੇ ਇੰਸਟੀਟਿਊਟ ਦੀ ਭਾਲ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਗਰੰਟੀ ਲਿਆ ਤੁਸੀਂ ਲਿਖ ਕੇ, ਇਸ 'ਤੇ ਬੜਾ ਮੈਨੂੰ ਲੱਗਾ ਹੋਰ ਕੋਈ ਦਾਵਾ ਹੋ ਹੀ ਨਹੀਂ ਸਕਦਾ ਵੀ ਜਿੱਦਾਂ 1 ਸਾਲ ਦੇ ਵਿੱਚ ਗਰੰਟੀ ਲਈ। ਹਰ ਜਿਹੜੇ ਮੇਰੇ ਵਰਗੇ ਪੰਜਾਬੀ ਦੇ ਸਟੂਡੈਂਟ ਹੋਆ ਉਹ ਬਹੁਤ ਕਮਜ਼ੋਰ ਹੋਆ ਮੈਥ ਦੇ ਵਿੱਚ, ਕਿਉਂਕਿ ਪੰਜਾਬੀ ਵਾਲਿਆਂ ਨੂੰ ਐਵੇਂ ਪੰਜਾਬੀ ਕਰੀ ਵੀ ਹੋਆ, ਉਹਨਾਂ ਨੂੰ ਬਹੁਤ ਡਰ ਲੱਗਾ ਜੀ ਮੈਥ 'ਤੇ ਬਹੁਤ ਡਰੀ ਆ ਅਸੀਂ, ਕਮਜ਼ੋਰ ਵੀ ਹੋਆ ਮੈਥ 'ਚ ਪਹਿਲੀਓ, ਅਰ ਅੱਗਾ ਫਿਰ ਕੋਸ਼ਿਸ਼ ਵੀ ਨਹੀਂ ਕਰਦੇ ਸਿੱਖਣ ਦੀ। ਤਾਂ ਫਿਰ ਜਦ ਤੁਸੀਂ ਇਸ ਬਾਤ ਦਾ ਦਾਵਾ ਹੀ ਕਰ ਰਹੇ ਆ ਵੀ ਤੁਸੀਂ ਲਿਖ ਕੇ ਗਰੰਟੀ ਦਿਓਗੇ 0% ਮੈਥ ਹਵਾ ਜਿਹੜੇ ਬੰਦੇ ਨੂੰ ਵੀ ਉਸका ਵੀ ਪੇਪਰ ਕਲੀਅਰ ਕਰਾ ਦੇंगे, ਫਿਰ ਇਸ 'ਤੇ ਬੜਾ ਮੈਨੂੰ ਲੱਗਾ ਦਾਵਾ ਕੁਛ ਵੀ ਨਹੀਂ ਹੈਗਾ। ਹੋਰ ਕੋਈ ਇੰਸਟੀਟਿਊਟ ਇਸ ਤਰ੍ਹਾਂ ਮੈਨੂੰ ਲੱਗਾ ਦਾਵਾ ਵੀ ਨਹੀਂ ਕਰ ਸਕਦਾ। ਤਾਂ ਇੱਕ ਵਾਰੀ ਆਪਣੀ ਜਿਹੜੀ ਥਾਰੀ ਇੰਸਟੀਟਿਊਟ ਦੀ ਲੋਕੇਸ਼ਨ ਆ ਉਹ ਜ਼ਰੂਰ ਦੱਸ ਦਿਓ, ਔਰ ਆਪਣਾ फ़ोन ਨੰਬਰ ਵੀ ਬੋਲ ਦਿਓ, ਤਾਂ ਕਿ ਕੋਈ ਵੀ ਸਟੂਡੈਂਟ ਹੈ ਜਿਹੜਾ ਇਹਨਾਂ ਕੇ ਕੋਲ ਆ ਸਕਾ, ਕਿਸੇ ਵੀ ਸਟੂਡੈਂਟ ਨੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ, ਕੋਈ ਵੀ ਕੁਐਰੀ ਆ ਤੁਸੀਂ ਪੁੱਛ ਸਕੋ ਸਰ ਨੂੰ। ਲੈ ਸਰ ਜੀ ਇੱਕ ਵਾਰੀ ਦੱਸ ਦਿਓ। ਦੇਖੋ ਜੀ ਸਾਡਾ ਜਿਹੜਾ ਸੈਂਟਰ ਹੈ ਉਹ ਹੈਗਾ ਪੰਜਾਬੀ ਯੂਨੀਵਰਸਿਟੀ ਕੋਲ ਹੀ ਹੈ, ਵਾਨਿਆ ਐਜੂਕੇਸ਼ਨ ਸਰਵਿਸਿਜ਼, ਅਤੇ ਸਾਡਾ ਨੰਬਰ ਹੈਗਾ 98 148 94 729।
98 148 94 729। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਦੇਖੋ ਜੇ ਤੁਸੀਂ ਕੋਈ ਪੇਪਰ ਕਰੈਕ ਕਰਨਾ ਹੈ, ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ 4 ਕੰਪੋਨੈਂਟ ਹੁੰਦੇ ਨੇ, ਮੈਥ, ਰੀਜ਼ਨਿੰਗ, ਇੰਗਲਿਸ਼ ਤੇ ਜੀਕੇ। ਤੁਸੀਂ ਜੀਕੇ ਕਦੇ ਵੀ ਪੜ੍ਹਨਾ ਸ਼ੁਰੂ ਕਰ ਦਿਓ, ਸਮਝ ਆਣੀ ਸ਼ੁਰੂ ਹੋ ਜਾਊਗੀ, ਬਟ ਜਿਹੜਾ ਮੈਥ ਹੈ ਜੀ ਉਹ ਪ੍ਰੈਕਟਿਸ ਨਾਲ ਹੀ ਆਊਗਾ। ਤਾਂ ਇਸ ਲਈ ਮੈਂ ਵੱਧ ਤੋਂ ਵੱਧ ਟਾਈਮ ਤੁਹਾਡੇ ਤੋਂ 1 ਸਾਲ ਮੰਗਦਾ। ਮੈਂ ਇਹ ਨਹੀਂ ਕਹਿੰਦਾ ਵੀ 1 ਸਾਲ ਦੇ ਵਿੱਚ ਹੋਊਗਾ। ਤਾਂ ਕਈ ਸਟੂਡੈਂਟ ਐਸੇ ਨੇ, ਸਾਡੇ ਕੋਲ ਇੱਕ ਗੁੜੀਆ ਆਈ ਸੀ, ਉਹ 3 ਮਹੀਨੇ ਦੇ ਵਿੱਚ ਹੀ ਪਟਵਾਰੀ ਦਾ ਪੇਪਰ ਕਲੀਅਰ ਕਰਕੇ ਲੰਘ ਗਈ ਸੀ, ਠੀਕ ਹੈ। ਤਾਂ ਵੱਧ ਤੋਂ ਵੱਧ ਸਮਾਂ ਅਸੀਂ 1 ਸਾਲ ਮੰਗਦੇ ਹਾਂ, ਪੇਪਰ ਪਹਿਲਾਂ ਵੀ ਕਲੀਅਰ ਹੋ ਸਕਦਾ ਹੈ। ਪਰ ਇਹ ਹੈ ਵੀ ਦੇਖੋ, ਮੈਥ ਤੇ ਰੀਜ਼ਨਿੰਗ ਇੱਕ ਥੰਮ ਨੇ ਜਿਹਦੇ ਕਰਕੇ ਪੇਪਰ ਤੁਹਾਡਾ ਕਲੀਅਰ ਹੋਣਾ ਚਾਹੁੰਦਾ ਹੈ। ਜੇ ਤੁਹਾਡਾ ਮੈਥ ਰੀਜ਼ਨਿੰਗ ਵੀਕ ਹੈ ਤਾਂ ਤੁਸੀਂ ਪੇਪਰ ਕਲੀਅਰ ਕਰਨ ਦੇ ਚਾਂਸਿਸ ਤੁਹਾਡੇ 70-80% ਘੱਟ ਹੁੰਦੇ ਨੇ। ਪਰ ਜੇ ਤੁਹਾਡਾ ਇਹ ਸਟਰੋਂਗ ਹੁੰਦਾ ਹੈ ਤਾਂ ਇਹ ਚਾਂਸਿਸ ਤੁਹਾਡੇ ਪੇਪਰ ਕਲੀਅਰ ਦੇ ਸਭ ਤੋਂ ਵੱਧ ਹੁੰਦੇ ਨੇ। ਸੋ ਇਸ ਲਈ ਬੱਚੇ ਤੁਸੀਂ ਦੇਖੋ, ਪੇਪਰ ਕਲੀਅਰ ਕਰਨਾ ਹੈ ਤਾਂ ਮੈਂ ਇਹ ਨਹੀਂ ਕਹਿੰਦਾ ਚਲੋ ਵੀ ਮੈਂ ਹੀ ਬਹੁਤ ਵਧੀਆ ਪੜ੍ਹਾਵਾਂਗਾ ਤੁਹਾਨੂੰ, ਪੜ੍ਹਾਉਣਾ ਤਾਂ ਕੋਸ਼ਿਸ਼ ਕਰੋ ਵੀ ਆਪਣੇ ਮੈਥ ਰੀਜ਼ਨਿੰਗ ਨੂੰ ਸਟਰੋਂਗ ਕਰੋ। ਜੇ ਤੁਹਾਨੂੰ ਲੱਗਦਾ ਵੀ ਤੁਸੀਂ 0 ਮੈਥ ਦੇ ਵਿੱਚ, ਫਿਰ ਉਸ ਚੀਜ਼ ਦੀ ਅਸੀਂ ਗਰੰਟੀ ਲੈਂਦੇ ਹਾਂ ਵੀ ਤੁਹਾਡਾ ਮੈਥ 'ਚ ਤੁਹਾਨੂੰ 1 ਨੰਬਰ ਅਸੀਂ ਬਣਾ ਦਾਂਗੇ। ਅਤੇ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਹੇਠ ਲਿਖੇ ਨੰਬਰ ਤੋਂ ਪਤਾ ਕਰ ਸਕਦੇ ਹੋ ਮੈਨੂੰ। ਸਰ ਨੇ ਦੱਸ ਹੀ ਰਿਹਾ ਵੀ ਜੇ ਸਾਰਾ ਮੈਥ 0 ਆ, ਅਰਮਾਰ ਵਰਗੇ ਪਿੰਡ ਵਾਲੇ ਮੈਥ ਮੈਂ ਜ਼ਿਆਦਾਤਰ ਮਾਰ ਖਾਵਾਂ, ਸਿੱਧੀ ਗੱਲ ਆ ਜਿਹੜੀ ਪੰਜਾਬੀ 'ਚ ਸੱਚਾਈ ਆ। ਤਾਂ ਮੈਥ ਕੀ ਗਰੰਟੀ ਸਰ ਦੇ ਰਹੇ ਹਾਂ ਵੀ ਮੈਥ ਤਾਂ ਸਟਰੋਂਗ ਕਰ ਦੇਂਗੇ ਯਾਰ। ਜੇ ਮੈਥ ਸਟਰੋਂਗ ਕਰਦੇ ਉਹਦੀ 1 ਸਾਲ ਦੇ ਵਿੱਚ ਪੇਪਰ ਕਲੀਅਰ। ਮੈਂ ਕਹਾਂ ਯਾਰ ਵੀ 1 ਸਾਲ ਦੇ ਵਿੱਚ ਜੇ ਮਿਹਨਤ ਕਰਕੇ ਆਪਾਂ ਨੂੰ ਸਰਕਾਰੀ ਨੌਕਰੀ ਮਿਲਦੀ ਹੋਵੇ ਤਾਂ ਇਸ ਤੋਂ ਬੜਾ ਮੈਂ ਕਹਾਂ ਵੀ ਹੋਰ ਕੋਈ ਦਾਵਾ ਹੋ ਵੀ ਨਹੀਂ ਸਕਦਾ। ਬਾਕੀ ਅੱਜ के इस इंटरव्यू के बारे में थारे के विचार हैं, क्योंकि बहुत सारे लोग होर इंस्टीट्यूटां वाले या होर बई जो भी कहेंगे भी पकाई आ जो भी मतलब कि कमेंट करने वाले हों, तुसी भी अपना कमेंट जरूर दिओ। माड़ी चंगी जो भी रहे अपनी जरूर कमेंट बॉक्स के विच लिखियो ताकि मानू तो पता लगे भी असल के विच असीं कित्था जी खड़े हैं। तो कमेंट बॉक्स के विच अपनी राय देना ना भुल्लिओ। जुड़े रहो पुआध वैब टीवी की गल। सत श्री अकाल।